राखो शरणाई। एक अरदास पाठ की रत की गुरु रामदास राखो शरणाई। सो कह टल गुर सेविय अहनिस सहज सुभाए। दर्शन परस गुरु का जन्म मरण दुख जाए। होवे सिफत खसमदि नूर अरसो गुर सह चटिया तुद डिठ सचे पातशाह मल जन्म जन्म दे कटिया। सजन सच्चा पातशाह सिर शाहद शाहो जिस पास बैठया सोहिया सबनाम दा बेसाहो। सतनाम श्री वाहिगुरु साहिब जी। बिलावाला महल्ला पहला। आपे शब्द आपे निशाना। आपे सुरता आपे जाना। आपे कर कर बिखै ताना। तो दाता नाम परवाना। आपे शब्द आपे निशाना। आपे सुरता आपे जाना। आपे कर कर बिखै ताना। तो दाता नाम परवाना। ऐसा नाम निरंजन दियो। हाँ जाचक तू अलख आपियो। रहाऊ माया मोह तर कटी नारा। पूंडी कामना कामण्यारा। राज रूप झूठा दिन चार। नाम मिले चानन अंधियारा। चाख सोडी सहसा नहीं कोई। बाप दिसै बेजात ना होए। इके कौ नाही पाओ कोई। करता करे करावे सोए। शब्द मुए मान मानते मारिया। ठाक रहे मान साच तारिया। आवर न सूझै गुर कौ बारिया।
ਨਾਨਕ ਨਾਮ ਰਤੇ ਨਿਸਤਾਰਿਆ ਸ਼ਬਦ ਮੂਏ ਮਾਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੈ ਧਾਰਿਆ ਆਵਰ ਨ ਸੂਝੈ ਗੁਰ ਕਉ ਬਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਐਸੇ ਦੀਨ ਦਇਆਲ ਪਾਤਸ਼ਾਹ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ 10 ਪਾਤਸ਼ਾਹੀਆਂ ਕੇ ਆਤਮਕ ਸਵਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ, ਤੰਤਾ ਦੇ ਯੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਰਬੀ ਬਾਣੀ ਦੇ ਆਸਾ ਕੀ ਵਾਰ ਦੇ ਕੀਰਤਨ ਅਤੇ ਗੁਰ ਸ਼ਬਦ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਮਨੁੱਖਾ ਜੀਵਨ ਦਾ ਪ੍ਰਯੋਜਨ ਵੀ ਇਹੀ ਹੈ, ਆਇਓ ਸੁਨਨ ਪੜਨ ਕੋ ਬਾਣੀ। ਬਾਣੀ ਸੁਣਨ ਵਾਸਤੇ ਬਾਣੀ ਪੜਨ ਵਾਸਤੇ ਮਨੁੱਖਾ ਜੀਵਨ ਮਿਲਿਆ ਹੈ, ਜਨਮ ਮਿਲਿਆ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੀ ਇਹ ਵਾਰੀ ਪ੍ਰਾਪਤ ਹੋਈ ਹੈ, ਜਿਸ ਦੇ ਬਾਬਤ ਸਾਹਿਬ ਜੀ ਸਮਝਾਉਂਦੇ ਨੇ ਕਿ ਸਤ ਸੰਗਤ ਦੇ ਵਿੱਚ ਜੁੜ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰ। ਉਹ ਮਨੁੱਖਾ ਜੀਵਨ ਦੇ ਪ੍ਰਯੋਜਨ ਨੂੰ ਜਾਣਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਆਪ ਨਿਤਾ ਪ੍ਰਤ ਗੁਰਚਰਨਾਂ ਵਿੱਚ ਜੁੜਦੇ ਹੋ, ਬਾਣੀ ਦਾ ਆਨੰਦ ਮਾਣਦੇ ਹੋ। ਗੁਰੂ ਕੇ ਕੀਰਤਨੀਏ
ਬਹੁਤ ਹੀ ਪ੍ਰੇਮ ਵਿੱਚ ਭਿੱਜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਨ ਕਰਵਾ ਰਹੇ ਸਨ। ਆਪ ਸਮੁੱਚੀਆਂ ਸੰਗਤਾਂ ਦੇਵਤਿਆਂ ਵਤ ਸਮਾਧੀਆਂ ਲਾ ਕੇ ਮੰਤਰ ਮੁਗਧ ਹੋਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਅੰਮ੍ਰਿਤ ਵੇਲੇ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਸਾਨੂੰ ਮੁੱਖ ਵਾਗ ਦੇ ਰੂਪ ਵਿੱਚ ਪ੍ਰਾਪਤ ਹੋਇਆ, ਜੋ ਹੁਣੇ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਜਾਹਰ ਪੀਰ ਜਗਤ ਗੁਰੂ ਬਾਬਾ ਸਮੁੱਚੀ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕਰਕੇ ਭਗਤੀ ਦੇ ਮਾਰਗ, ਸੱਚ ਤੇ ਮਾਰਗ ਤੇ ਤੁਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਸਰੀਰ ਕਰਕੇ ਗੁਰੂ ਨਹੀਂ ਸਨ, ਸਰੀਰ ਗੁਰੂ ਨਹੀਂ। ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਨਿਰੰਕਾਰ ਉਹ ਸਰੀਰ ਨਹੀਂ, ਉਹ ਜੋਤ ਹੈ, ਸ਼ਬਦ ਰੂਪ ਜੋਤ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਸੰਸਾਰ ਵਿੱਚ ਆਏ ਤਾਂ ਜੋਤ ਪ੍ਰਗਟ ਹੋਈ ਹੈ, ਜੋਤ ਦਾ ਪ੍ਰਕਾਸ਼ ਹੋਇਆ ਹੈ। ਭਾਈ ਗੁਰਦਾਸ ਜੀ ਦੇ ਵਾਰ ਵਿੱਚ ਆਪਾਂ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਰੀਰ ਪ੍ਰਗਟ ਨਹੀਂ ਹੁੰਦਾ, ਜੋਤ ਪ੍ਰਗਟ ਹੁੰਦੀ ਹੈ। ਜੇ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ, ਕਿਉਂਕਿ 10 ਜਾਮਿਆਂ ਵਿੱਚ ਜੋਤ ਨਿਰੰਤਰ ਉਸੇ ਤਰ੍ਹਾਂ ਵਰਤੀ, ਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਪ੍ਰਗਟ ਸ਼ਬਦ ਨਾਲ ਸੰਬੋਧਨ ਕੀਤਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਿਉਂਕਿ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਗਟ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਸਿੱਧਾਂ ਨੂੰ ਮਿਲੇ, ਸਿੱਧਾਂ ਨਾਲ ਵਾਰਤਾਲਾਪ ਹੋਈ, ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੇ ਸਿੱਧ ਗੋਸ਼ਟੀ ਦੇ ਵਿੱਚ ਸਿੱਧਾਂ ਨੇ ਪੁੱਛਿਆ ਸੀ, ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਜਿਸਕਾ ਤੂੰ ਚੇਲਾ। ਜੀਵਨ ਦਾ ਮੁੱਢ ਕੀ ਹੈ? ਸਿੱਖਿਆ ਲੈਣ ਦਾ ਸਮਾਂ ਕਿਹੜਾ ਹੈ? ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਸੀ, ਪਾਵਨ ਆਰੰਭ ਸਤਿਗੁਰ ਮਤ ਵੇਲਾ। ਕਹਿਣ ਲੱਗੇ ਕਿ ਮਨੁੱਖਾ ਜਨਮ ਮੂਲ ਹੈ, ਮੁੱਢ ਹੈ। ਤੇ ਸਿੱਖਿਆ ਪ੍ਰਾਪਤ ਕਰਨ ਦਾ ਸਮਾਂ ਜਿਹੜਾ ਹੈ ਉਹ ਵੀ ਮਨੁੱਖਾ ਜਨਮ ਹੈ।
ਮਨੁੱਖਾ ਜੀਵਨ ਦੇ ਅੰਦਰ ਹੀ ਮਨੁੱਖ ਸਿੱਖਿਆ ਪ੍ਰਾਪਤ ਕਰ ਸਕਦਾ ਹੈ, ਬਾਕੀ ਜਿੰਨੀਆਂ ਜੂਨੀਆਂ ਆਪਾਂ ਵੇਖਦੇ ਹਾਂ ਉਹ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੀ। ਤੇ ਅੱਗੇ ਸਾਹਿਬ ਜੀ ਨੇ ਕਿਹਾ ਸ਼ਬਦ ਗੁਰੂ। ਪੁੱਛਿਆ ਸੀ ਤੇਰਾ ਗੁਰੂ ਕੌਣ ਹੈ? ਤਾਂ ਸਾਹਿਬ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ। ਮੇਰਾ ਗੁਰੂ ਸ਼ਬਦ ਹੈ, ਸੁਰਤ ਮੇਰੀ ਉਹਦਾ ਚੇਲਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਆਪਣੇ ਸਰੀਰ ਦੀ ਪੂਜਾ ਨਹੀਂ ਕਰਾਈ, ਸਰੀਰ ਨਾਲ ਨਹੀਂ ਜੋੜਿਆ, ਸ਼ਬਦ ਨਾਲ ਜੋੜਿਆ, ਸ਼ਬਦ ਦੀ ਗੱਲ ਕੀਤੀ। ਉਹੀ ਜੋਤ ਨਿਰੰਤਰ ਦਸਾਂ ਜਾਮਿਆਂ ਵਿੱਚ ਚੱਲਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਉਹੀ ਜੋਤ ਹੈ, ਸ਼ਬਦ ਜੋਤ। 10 ਜਾਮਿਆਂ ਦੇ ਵਿੱਚ ਗੁਰੂ ਜੀ ਨੇ ਸ਼ਬਦ ਦੀ ਗੱਲ ਕੀਤੀ ਹੈ, ਸਰੀਰ ਦੀ ਗੱਲ ਨਹੀਂ ਕੀਤੀ। ਹੁਣ ਅੱਜ ਅਸੀਂ ਕਿਤੇ ਨਾ ਕਿਤੇ ਸ਼ਬਦ ਨੂੰ ਛੱਡ ਕੇ ਸਰੀਰਾਂ ਮਗਰ ਦੌੜ ਰਹੇ ਹਾਂ, ਸਰੀਰਾਂ ਨਾਲ ਜੁੜੇ ਹਾਂ। ਜੋ ਸ਼ਬਦ ਕਹਿ ਰਿਹਾ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿ ਰਹੀ ਹੈ, ਉਹਨੂੰ ਨਾ ਸੁਣਦੇ ਆ ਨਾ ਵਿਚਾਰਦੇ ਆ, ਸਰੀਰ ਦੇ ਮਗਰ ਦੌੜ ਰਹੇ ਆ ਕਿ ਸਰੀਰ ਤੋਂ ਸਾਨੂੰ ਪਤਾ ਨਹੀਂ ਕੀ ਮਿਲ ਜਾਣਾ ਹੈ। ਸਰੀਰ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਾਸ਼ਵੰਤ ਹੈ, ਤਾਂ ਨਾਸ਼ ਹੋ ਜਾਣਾ ਹੈ। ਸ਼ਬਦ ਸਥਿਰ ਰਹਿਣ ਵਾਲਾ ਹੈ। ਤੇ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਤੂੰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਸ਼ਬਦ ਨਾਲ ਨਹੀਂ ਜੁੜਦਾ, ਉਨੀ ਦੇਰ ਤੂੰ ਮੁਕਤ ਨਹੀਂ ਹੋ ਸਕਦਾ। ਪਾਤਸ਼ਾਹ ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਤੇ ਸੁਰਤ ਦਾ ਜੋ ਸੰਯੋਗ ਹੈ ਉਹਨੂੰ ਵਿਰਲੇ ਜਾਣਦੇ ਨੇ। ਹਰ ਮਨੁੱਖ ਨਹੀਂ ਜਾਣ ਸਕਦਾ ਸ਼ਬਦ ਤੇ ਸੁਰਤ ਦੇ ਸੰਯੋਗ ਨੂੰ। ਜਦੋਂ ਕੋਈ ਜੀਵ ਨਾਮ ਨਾਲ ਜੁੜਦਾ ਹੈ, ਰਸਨਾ ਦੁਆਰਾ ਨਾਮ ਜਪਿਆ ਜਾਂਦਾ ਹੈ, ਤੇ ਰਸਨਾ ਦੁਆਰਾ ਨਾਮ ਜਪਦਿਆਂ ਜਦੋਂ ਉਹ ਨਾਮ ਫਿਰ ਹਿਰਦੇ ਵਿੱਚ ਵਸਦਾ ਹੈ, ਫਿਰ ਸੁਰਤ ਇਕਾਗਰ ਹੁੰਦੀ ਹੈ। ਅਸੀਂ ਕਹਿੰਦੇ ਹਾਂ ਨਾ ਸਾਡਾ ਧਿਆਨ ਨਹੀਂ ਜੁੜਦਾ, ਸਾਡਾ ਮਨ ਨਹੀਂ ਲੱਗਦਾ, ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਾਡਾ ਮਨ ਨਹੀਂ ਜੁੜਦਾ, ਮਨ ਇੱਧਰ ਉੱਧਰ ਦੌੜਿਆ ਫਿਰਦਾ। ਗੱਲ ਤਾਂ ਮਨ ਨੂੰ ਲਾਉਣ ਦੀ ਹੈ, ਜਿੱਦਣ ਮਨ ਲੱਗ ਗਿਆ ਉਦਣ ਤਾਂ ਫਿਰ ਕੋਈ ਯਤਨ ਕਰਨ ਦੀ ਲੋੜ ਪੈਣੀ ਨਹੀਂ। ਪਹਿਲਾਂ ਨਾਮ ਜਪਣਾ ਪਵੇਗਾ ਰਸਨਾ ਦੁਆਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਰਸਨਾ ਦੁਆਰਾ ਇਸ ਤਰ੍ਹਾਂ ਨਾਮ ਜਪਾਂਗੇ, ਨਾਮ ਜਪਣ ਲੱਗਿਆਂ ਵੀ ਇੰਨੀ ਕੁ ਆਵਾਜ਼ ਜ਼ਰੂਰ ਹੋਵੇ ਜਿਹੜੀ ਸਾਡੇ ਕੰਨਿਆਂ ਦੇ ਡੂਨਿਆਂ ਰਾਹੀਂ ਅੰਦਰ ਉਤਰ ਜਾਏ। ਉਹ ਆਵਾਜ਼ ਸਾਡੇ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰ ਜਾਏ, ਇੰਨੀ ਇੱਕ ਆਵਾਜ਼ ਜ਼ਰੂਰ ਹੋਵੇ। ਤੇ ਜਦੋਂ ਰਸਨਾ ਦੁਆਰਾ ਜਪਿਆ ਹੋਇਆ ਨਾਮ ਹਿਰਦੇ ਵਿੱਚ ਵਸਦਾ ਹੈ, ਫਿਰ ਸੁਰਤ ਦੀ ਇਕਾਗਰਤਾ ਬਣਦੀ ਹੈ, ਸੁਰਤ ਇਕਾਗਰ ਹੁੰਦੀ ਹੈ। ਜਦੋਂ ਸੁਰਤ ਇਕਾਗਰ ਹੋ ਜਾਂਦੀ ਹੈ, ਫਿਰ ਨਾਮ ਨਾਲ ਜੁੜ ਜਾਂਦੀ ਹੈ, ਸ਼ਬਦ ਨਾਲ ਜੁੜ ਜਾਂਦੀ ਹੈ। ਫਿਰ ਸੁਰਤ ਇੱਧਰ ਉੱਧਰ ਨਹੀਂ ਦੌੜਦੀ, ਕਿਉਂਕਿ ਗੁਰੂ ਕਿਰਪਾ ਕਰਕੇ ਜਦੋਂ ਨਾਮ ਦੀ ਦਾਤ ਦਿੰਦਾ ਹੈ, ਹੁਣ ਨਾਮ ਵਾਹਿਗੁਰੂ ਦਾ ਜਿਹੜਾ ਨਾਮ ਹੈ, ਗੁਰਮੰਤਰ ਹੈ, ਉਹ ਪੰਜ ਪਿਆਰੇ ਸਾਹਿਬਾਨ ਦ੍ਰਿੜ ਕਰਵਾਉਂਦੇ ਨੇ। ਬੜੇ ਸੰਸਾਰ ਤੇ ਗੁਰੂ ਬਣੇ ਬੈਠੇ ਨੇ ਜਿਹੜੇ ਬੜੇ ਬੜੇ ਮੰਤਰ ਦਿੰਦੇ, ਕੰਨਾਂ ਵਿੱਚ ਦੱਸਦੇ ਨੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਅੱਗੇ ਪੰਜ ਪਿਆਰੇ ਸਾਹਿਬਾਨ ਤੇ ਕੀਤੀ। ਜਦੋਂ ਅੰਮ੍ਰਿਤ ਛਕਦੇ ਆ ਉਦੋਂ ਮੂਲ ਮੰਤਰ ਤੇ ਗੁਰਮੰਤਰ ਦ੍ਰਿੜ ਕਰਵਾਇਆ ਜਾਂਦਾ, ਜਿਹਦਾ ਚਿੰਤਨ ਕਰਨਾ ਹੈ, ਜਿਹਨੂੰ ਜਪਣਾ ਹੈ, ਜਿਹਨੂੰ ਆਰਾਧਨਾ ਧਿਆਉਣਾ ਹੈ। ਦੱਸਦੇ ਨੇ ਨਾ ਵੀ ਨਿਤਨੇਮ ਦੀ ਬਾਣੀ ਤੋਂ ਇਲਾਵਾ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ ਹੈ। ਇਹ ਪੰਜ ਪਿਆਰਿਆਂ ਤੋਂ ਮਿਲਣਾ ਹੈ। ਤੇ ਜਦੋਂ ਉਹ ਪ੍ਰਾਪਤ ਕਰਕੇ ਅਸੀਂ ਉਹਨੂੰ ਜਪਦੇ ਆ, ਨਾਮ ਹਿਰਦੇ ਚ ਵਸਿਆ, ਸੁਰਤ ਦੀ ਇਕਾਗਰਤਾ ਬਣੀ, ਸੁਰਤ ਸਵਰ ਗਈ ਫਿਰ ਨਾਮ ਦੁਆਰਾ। ਉਹ ਸੁਰਤ ਫਿਰ ਜਿਹੜੀ ਇੱਧਰ ਉੱਧਰ ਭਟਕਦੀ ਸੀ ਨਾ, ਉਹਦਾ ਟਿਕਾ ਬਣ ਗਿਆ, ਉਹਦੀ ਇਕਾਗਰਤਾ ਬਣ ਗਈ, ਸ਼ਬਦ 'ਚ ਜੁੜ ਗਈ, ਨਾਮ 'ਚ ਜੁੜ ਗਈ। ਤੇ ਜਦੋਂ ਨਾਮ 'ਚ ਜੁੜੀ, ਉਹਦਾ ਫਿਰ ਰਸ ਤੇ ਜਿਹੜਾ ਰਹੱਸ ਹੈ, ਉਹ ਜਦੋਂ ਫਿਰ ਜਿਨ੍ਹਾਂ ਨੂੰ ਆਉਂਦਾ ਉਹ ਵਿਰਲੇ ਨੇ, ਵਿਰਲੇ ਨੇ ਉਹ ਜਿਹੜੇ ਉਹ ਰਸ ਤੇ ਰਹੱਸ ਨੂੰ ਫਿਰ ਜਾਣਦੇ ਨੇ। ਇੱਕ ਬੰਗਾਲ ਦਾ ਰਹਿਣ ਵਾਲਾ ਮਹਾਤਮਾ ਬੜਾ ਵਿਦਵਾਨ ਹੋਇਆ, ਜਿਹਦਾ ਨਾਮ ਸੀ ਗੋਰੰਗ। ਆਪਾਂ ਵੇਖਦੇ ਹਾਂ ਕਿ ਦੁਨੀਆ ਵਿੱਚ ਵਿਚਰਦੇ ਹੋਏ ਸਾਨੂੰ ਭਾਵੇਂ ਦੁਨੀਆ ਦੀਆਂ ਗੱਲਾਂ ਕਦੀ ਨਾ ਭੁੱਲਣ, ਸਾਰਾ ਦਿਨ ਦੁਨੀਆ ਦੀਆਂ ਗੱਲਾਂ ਵਿੱਚ ਲੱਗੇ ਰਹਿੰਦੇ ਆ, ਪਰ ਨਾਮ ਉਹ ਚੇਤੇ ਨਹੀਂ ਆਉਂਦਾ, ਉਹ ਭੁੱਲਿਆ ਰਹਿੰਦਾ। ਜਿਹਨੂੰ ਪਾਤਸ਼ਾਹ ਬਾਰ-ਬਾਰ ਸਵਾਸ ਕਰਕੇ ਜਪਣ ਨੂੰ ਕਿਹਾ, ਕਿੱਥੇ ਆਉਂਦਾ ਯਾਦ? ਕਿਤੇ ਮਾੜੀ ਮੋਟੀ ਧਿਆਨ ਉਧਰ ਜਾਵੇ, 2 ਵਾਰੀ ਵਾਹਿਗੁਰੂ ਕਹਿ ਲਿਆ, ਤੀਜੀ ਵਾਰੀ ਫਿਰ ਭੁੱਲ ਜਾਂਦੇ ਆ, ਦੁਨੀਆ ਵਾਲੇ ਪਾਸੇ ਧਿਆਨ ਲੱਗ ਜਾਂਦਾ। ਬੜਾ ਔਖਾ ਹੈ, ਬੜਾ ਕਠਿਨ ਹੈ। ਗੋਰੰਗ ਜਿਹੜਾ ਸੀ, ਇਹਦੀ ਉਮਰ ਸੀ 16-17 ਸਾਲ ਦੀ। ਬਨਾਰਸ ਤੋਂ ਇਹਨੇ ਵਿਦਿਆ ਪ੍ਰਾਪਤ ਕੀਤੀ। 16-17 ਤਕਰੀਬਨ ਸਾਲ ਦੀ ਉਮਰ ਦੇ ਵਿੱਚ ਇਹਨੇ 4 ਵੇਦ 6 ਸ਼ਾਸਤਰ ਤਕਰੀਬਨ ਜ਼ੁਬਾਨੀ ਯਾਦ ਕਰ ਲਏ ਸਨ। ਇੰਨੀ ਵਿਦਿਆ ਇਹਨੇ ਪ੍ਰਾਪਤ ਕਰ ਲਈ। ਬੜਾ ਬਹੁਤ ਵੱਡਾ ਪ੍ਰਚਾਰਕ ਸੀ। ਜਦੋਂ ਕਿਤੇ ਬੋਲਦਾ ਸਟੇਜ ਤੇ ਪ੍ਰਚਾਰ ਦਿੰਦਾ ਤੇ ਦੁਨੀਆ ਨੂੰ ਕੀਲ ਦਿੰਦਾ। ਤੇ ਜਦੋਂ ਵਿਦਿਆ ਆ ਜਾਂਦੀ ਹੈ, ਮਨੁੱਖ ਨੂੰ ਕਿਤੇ ਨਾ ਕਿਤੇ ਹੰਕਾਰ ਵੀ ਆ ਜਾਂਦਾ ਹੈ। ਹੁਣ ਕਿੱਥੇ ਤੇ ਪਹਿਲਾਂ ਉਹ ਵਿਦਿਆ ਨੂੰ ਪ੍ਰਚਾਰਦਾ ਸੀ, ਪ੍ਰਚਾਰਕ ਬਣ ਕੇ ਹੌਲੀ ਹੌਲੀ ਮਨ ਅੰਦਰ ਹੰਕਾਰ ਆਉਣਾ ਸ਼ੁਰੂ ਹੋ ਗਿਆ ਕਿ ਮੇਰੇ ਵਰਗਾ ਕੌਣ ਹੈ? ਮੈਂ ਛੋਟੀ ਉਮਰ 'ਚ 4 ਵੇਦ ਪੜ੍ਹ ਲਏ, 6 ਸ਼ਾਸਤਰ ਜ਼ੁਬਾਨੀ ਕੰਠ ਕਰ ਲਏ। ਉਹ ਜਿਹੜੀ ਵਿਚਾਰ ਸੀ ਉਹ ਬਾਅਦ ਵਿੱਚ ਚਰਚਾ ਵਿੱਚ ਬਦਲ ਗਈ ਕਿ ਚਰਚਾ ਕਰਨੀ ਤੇ ਹਰਾ ਦੇਣਾ। ਬਨਾਰਸ 'ਚ ਬੜੇ ਕਿਉਂਕਿ ਬੜੇ ਵਿਦਵਾਨ ਸਨ, ਬੜੇ ਪੰਡਤ ਪੜ੍ਹੇ ਲਿਖੇ, ਉਹ ਸਾਰੇ ਜਿਹੜੇ ਸਨ ਜਦੋਂ ਇਹਦੇ ਨਾਲ ਚਰਚਾ ਕਰਦੇ ਤੇ ਹਾਰ ਜਾਂਦੇ। ਬਨਾਰਸ ਦੇ ਸਾਰੇ ਪੰਡਤਾਂ ਨੂੰ ਇਹਨੇ ਹਰਾ ਦਿੱਤਾ। ਹੰਕਾਰ ਹੋਰ ਵੱਧ ਗਿਆ, ਮੇਰੇ ਵਰਗਾ ਕੌਣ ਹੈ? ਇੱਕ ਦਿਨ ਗੰਗਾ ਪਾਰ ਕਰਕੇ ਇਹਨੇ ਭਾਸ਼ਣ ਦੇਣ ਜਾਣਾ ਸੀ, ਵਿਚਾਰ ਕਰਨੀ ਸੀ। ਜਾ ਕੇ ਗੰਗਾ ਦੇ ਤੱਟ ਤੇ ਪਹੁੰਚਦਾ ਹੈ, ਬੇੜੇ 'ਚ ਸਵਾਰ ਹੋਇਆ, ਬੜੇ ਲੋਕ ਹੋਰ ਵੀ ਸਵਾਰ ਸਨ। ਹੁਣ ਬੇੜਾ ਗੰਗਾ ਵਿੱਚ ਜਾ ਰਿਹਾ ਹੈ, ਜਿੱਥੇ ਮਲਾਹ ਬੈਠਾ ਹੁੰਦਾ ਉਹ ਜਗ੍ਹਾ ਉੱਚੀ ਹੁੰਦੀ ਹੈ, ਉਸ ਪਾਸੇ ਵੱਲ ਨੂੰ ਚਲਾ ਗਿਆ ਤੇ ਉੱਥੇ ਉੱਚੀ ਜਗ੍ਹਾ ਤੇ ਖੜਾ ਹੋ ਕੇ ਬੇੜੇ ਵਾਲੇ ਪਾਸੇ ਵਿਚਕਾਰ ਜਿੱਥੇ ਲੋਕ ਬੈਠੇ ਸਨ ਵੇਖਣ ਲੱਗਾ। ਹੁਣ ਜਦੋਂ ਵੇਖਦਾ ਹੈ, ਇੱਕ ਬੜੇ ਮਹਾਤਮਾ ਜਨ ਜਿਨ੍ਹਾਂ ਨੇ ਫਕੀਰੀ ਲਿਬਾਸ ਸਰੀਰ ਤੇ ਧਾਰਨ ਕੀਤਾ ਹੈ, ਚੌਂਕੜਾ ਮਾਰਿਆ, ਨੇਤਰ ਮੁੰਦੇ ਹੋਏ ਬੈਠੇ ਨੇ। ਹੁਣ ਹਿਰਦੇ 'ਚ ਵਿਦਿਆ ਦਾ ਹੰਕਾਰ ਸੀ। ਪਹੁੰਚਦਾ ਉਹ ਮਹਾਤਮਾ ਕੋਲ, ਸਤਿਪੁਰਸ਼ਾਂ ਦੇ ਕੋਲ ਜਾ ਕੇ 5 ਮਿੰਟ ਖੜਾ। ਇਹਨੇ ਵੇਖਿਆ ਕਿ ਇਹਨਾਂ ਦੇ ਨੇਤਰ ਮੁੰਦੇ ਨੇ, ਮੈਨੂੰ ਵੇਖਿਆ ਨਹੀਂ। 5 ਮਿੰਟ ਬਾਅਦ ਮੋਢਾ ਹਲੂਣਿਆ। ਜਦੋਂ ਮੋਢਾ ਹਲੂਣਿਆ ਤਾਂ ਨੇਤਰ ਖੋਲੇ, ਵੇਖਿਆ ਸਾਹਮਣੇ ਨੌਜਵਾਨ ਖੜਾ ਹੈ। ਕਹਿਣ ਲੱਗਾ, ਜੀ ਮੈਨੂੰ ਪਛਾਣਿਆ? ਕਹਿਣ ਲੱਗੇ, ਨਹੀਂ।
ਮੈਂ ਤੈਨੂੰ ਨਹੀਂ ਪਛਾਣਿਆ। ਕਹਿਣ ਲੱਗਾ ਮੈਂ ਬੜਾ ਵਿਦਵਾਨ ਆ, ਮੇਰਾ ਬੜਾ ਨਾਮ ਹੈ, 4 ਵੇਦ 6 ਸ਼ਾਸਤਰ ਜ਼ਬਾਨੀ ਮੈਨੂੰ ਕੰਠ ਨੇ, ਬੜੇ ਬੜੇ ਵਿਦਵਾਨਾਂ ਨੂੰ ਮੇਰੇ ਕੋਲੋਂ ਮਾਤ ਖਾ ਗਏ। ਮੇਰਾ ਨਾਮ ਗੋਰੰਗ ਹੈ, ਤੁਸੀਂ ਮੈਨੂੰ ਜਾਣਿਆ ਹੀ ਨਹੀਂ। ਉਹ ਕਹਿਣ ਲੱਗੇ ਮਾਫ ਕਰਨਾ। ਕਹਿਣ ਲੱਗਾ ਤੁਸੀਂ ਸ਼ਾਸਤਰਾਂ ਦੇ ਮੁਤਾਬਕ ਇਹ ਬਣਦਾ ਕਿ ਮੈਂ ਵਿਦਵਾਨ ਆ, ਮੇਰੇ ਕੋਲ ਵਿਦਿਆ ਹੈ, ਉਹਦੇ ਮੁਤਾਬਕ ਆਪਣੀ ਜਗ੍ਹਾ ਤੋਂ ਉੱਠ ਕੇ ਮੈਨੂੰ ਇੱਥੇ ਬਿਠਾਓ। ਉਹ ਕਹਿਣ ਲੱਗੇ ਭਾਈ ਤੂੰ ਵਿਦਵਾਨ ਹੈ, ਕਹਿੰਦਾ ਮੈਂ ਬੜਾ ਮਹਾਨ ਵਿਦਵਾਨ ਆ, ਮੈਂ ਤਾਂ ਤੈਨੂੰ ਮਹਾਮੂਰਖ ਸਮਝਦਾ। ਕਿਉਂਕਿ ਪਰਮੇਸ਼ਰ ਦੇ ਪਿਆਰੇ ਬੇਪਰਵਾਹ ਹੋਇਆ ਕਰਦੇ ਨੇ ਨਾ। ਕਹਿਣ ਲੱਗੇ ਮਹਾਮੂਰਖ ਸਮਝਦਾ। ਹੁਣ ਗੋਰੰਗ ਦੀ ਜ਼ਿੰਦਗੀ ਦਾ ਪਹਿਲਾ ਦਿਨ ਸੀ ਕਿ ਕਿਸੇ ਨੇ ਇਹਨੂੰ ਮਹਾਮੂਰਖ ਆਖਿਆ ਹੋਵੇ, ਨਹੀਂ ਤੇ ਕਿੱਥੇ ਦੁਨੀਆ ਦੀ ਭੀੜ ਇਕੱਠੀ ਹੁੰਦੀ ਸੀ ਇਹਨੂੰ ਸੁਣਨ ਵਾਸਤੇ। ਬੜੇ ਕਾਇਲ ਹੋ ਜਾਂਦੇ ਸੀ ਦਾ ਪ੍ਰਚਾਰ ਸੁਣ ਕੇ, ਭਾਸ਼ਣ ਸੁਣ ਕੇ। ਹੁਣ ਜਦੋਂ ਉਹਨੇ ਕਿਹਾ ਮਹਾਮੂਰਖ ਹੈ ਤੂੰ, ਕਹਿਣ ਲੱਗਾ ਮੈਂ ਮਹਾਮੂਰਖ ਕਿਵੇਂ ਹੋਇਆ? ਕਹਿਣ ਲੱਗੇ ਬੈਠ ਮੇਰੇ ਕੋਲ। ਬੈਠ ਗਿਆ। ਕਹਿਣ ਲੱਗੇ ਮੈਂ ਤੈਨੂੰ ਇੱਕ ਸ਼ਬਦ ਕਹਿਣਾ, ਜੇ ਤੈਨੂੰ ਉਹ ਯਾਦ ਰਿਹਾ ਤਾਂ ਮੈਂ ਆਸਨ ਵੀ ਛੱਡ ਦਿਆਂਗਾ, ਇਹ ਜਗ੍ਹਾ ਵੀ ਤੈਨੂੰ ਦੇ ਦਿਆਂਗਾ, ਤੇ ਤੇਰੇ ਚਰਨਾਂ ਤੇ ਡੰਡੌਤ ਹੋ ਕੇ ਤੈਨੂੰ ਪ੍ਰਣਾਮ ਵੀ ਕਰਾਂਗਾ, ਨਤਮਸਤਕ ਵੀ ਹੋਵਾਂਗਾ। ਕਹਿਣ ਲੱਗਾ ਕਿਹੜਾ ਸ਼ਬਦ ਹੈ? ਕਹਿਣ ਲੱਗੇ ਰਾਮ, ਜਿਹੜਾ ਉਹ ਰਮਿਆ ਹੋਇਆ ਰਾਮ ਹੈ, ਪਰਮੇਸ਼ਰ ਹੈ। ਕਹਿਣ ਲੱਗਾ ਬਸ ਬਸ, ਕਹਿੰਦੇ ਇਹ ਸ਼ਬਦ ਜਦੋਂ ਹੁਣ ਸਮੇਂ ਬਾਅਦ ਮੈਨੂੰ ਮਿਲੇ ਤਾਂ ਜਦ ਤੈਨੂੰ ਯਾਦ ਹੋਇਆ ਤਾਂ ਮੈਂ ਤੈਨੂੰ ਜ਼ਰੂਰ ਜਗ੍ਹਾ ਦਿਆਂਗਾ। ਇੰਨੇ ਸਮੇਂ ਨੂੰ ਦੂਸਰਾ ਕਿਨਾਰਾ ਆ ਗਿਆ, ਤੱਟ ਆ ਗਿਆ। ਉਸ ਤੱਟ ਤੇ ਸਾਰੇ ਉਤਰੇ, ਆਪੋ ਆਪਣੇ ਰਾਹ ਪੈ ਗਏ, ਮਹਾਤਮਾ ਆਪਣੇ ਰਾਹ ਚਲੇ ਗਏ। ਤੇ ਇਹ ਗੋਰੰਗ ਜਿਹੜਾ ਸੀ, ਇਹਨੇ ਜਿੱਥੇ ਜਾਣਾ ਸੀ ਭਾਸ਼ਣ ਦੇਣ ਵਾਸਤੇ, ਉੱਥੇ ਪਹੁੰਚਿਆ, ਭਾਸ਼ਣ ਦਿੱਤਾ। ਭਾਸ਼ਣ ਦੇ ਕੇ ਘਰ ਵਾਪਸ ਮੁੜ ਆਇਆ। ਸ਼ਾਮ ਦੀ ਕਿਰਿਆ ਵਿੱਚ ਪੈ ਗਿਆ, ਭੋਜਨ ਪ੍ਰਸ਼ਾਦ ਛਕਿਆ, ਸੌਂ ਗਿਆ। ਸਵੇਰ ਜਦੋਂ ਸੁੱਤਾ ਹੈ, ਸੁੱਤੇ ਹੋਏ ਦੇ ਕੰਨਾਂ ਵਿੱਚ ਆਵਾਜ਼ ਪਈ, ਤੂੰ ਮਹਾਮੂਰਖ ਹੈ। ਉੱਡ ਗਈ ਨੀਂਦ। ਹੁਣ ਯਾਦ ਕਰਦਾ, ਰਾਮ ਕਹਿੰਦਾ 2-4 ਮਿੰਟ, ਕਹਿੰਦਾ ਫਿਰ ਭੁੱਲ ਜਾਂਦਾ, ਸੁਰਤੀ ਫਿਰ ਹੋਰ ਪਾਸੇ ਚਲੀ ਜਾਂਦੀ ਹੈ। ਰਾਤ ਲੰਘ ਗਈ, ਸਵੇਰ ਹੋਈ, ਬੜਾ ਯਤਨ ਕਰਦਾ ਪਰ ਨਹੀਂ ਚੇਤੇ ਵਿੱਚ ਰਹਿੰਦਾ। ਅਖੀਰ ਇਹਨੇ ਫੈਸਲਾ ਕਰ ਲਿਆ ਕਿ ਮੈਂ ਘਰ ਛੱਡ ਕੇ ਜੰਗਲ ਵਿੱਚ ਚਲਾ ਜਾਣਾ। ਜੰਗਲ 'ਚ ਚਲਾ ਗਿਆ। ਹੁਣ ਜੰਗਲ 'ਚ ਜਾ ਕੇ, ਕਿਉਂਕਿ ਜਿੰਨੀ ਇਧਰ ਬੰਦੇ ਦੇ ਅੰਦਰ ਹਉਮੈ ਆ, ਹੰਕਾਰ ਹੈ, ਉਨੀ ਦੇਰ ਤੱਕ ਨਾਮ ਨਹੀਂ ਨਾ ਆ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਜੰਗਲ 'ਚ ਚਲਾ ਗਿਆ। ਹੁਣ ਯਤਨ ਬਹੁਤ ਕਰਦਾ ਪਰ ਇਹਨੂੰ ਰਾਮ ਸ਼ਬਦ ਚੇਤੇ ਨਹੀਂ ਰਹਿੰਦਾ। ਸੁਰਤੀ ਫਿਰ ਹੋਰ ਪਾਸੇ ਚਲੀ ਜਾਂਦੀ ਹੈ, ਸੁਰਤੀ ਜੁੜਦੀ ਨਹੀਂ ਉੱਥੇ। ਕਈ ਸਾਲ ਬੀਤ ਗਏ। ਇੱਕ ਦਿਨ ਬੜਾ ਦੁਖੀ ਹੋਇਆ। ਕਹਿੰਦਾ ਕਿ ਮੈਂ ਉਸੇ ਗੰਗਾ 'ਚ ਛਾਲ ਮਾਰ ਕੇ ਜਾਨ ਦੇ ਦੇਣੀ ਹੈ, ਮੈਂ ਸੱਚੀ ਮਹਾਮੂਰਖ ਹਾਂ, ਮੈਨੂੰ ਇੱਕ ਸ਼ਬਦ ਨਹੀਂ ਚੇਤੇ ਰਹਿੰਦਾ। ਗੰਗਾ ਦੇ ਤੱਟ ਤੇ ਪਹੁੰਚਿਆ। ਕਹਿਣ ਲੱਗਾ ਜੇ ਗੰਗਾ ਦੇ ਕਿਨਾਰੇ ਤੇ ਖੜ ਕੇ ਛਾਲ ਮਾਰੀ ਤੇ ਕਿਨਾਰੇ ਤੇ ਪਾਣੀ ਥੋੜਾ, ਮੈਂ ਡੁੱਬਣਾ ਨਹੀਂ, ਮੇਰੀ ਮੌਤ ਨਹੀਂ ਹੋਣੀ। ਕਿਉਂ ਨਾ ਬੇੜੇ ਵਿੱਚ ਸਵਾਰ ਹੋਵਾਂ ਤੇ ਵਿਚਕਾਰ ਜਾ ਕੇ ਡੂੰਘੇ ਪਾਣੀ 'ਚ ਛਾਲ ਮਾਰਾਂ, ਜਿੱਥੇ ਮੈਂ ਡੁੱਬ ਸਕਾਂ, ਮੇਰੀ ਜਾਨ ਨਿਕਲ ਸਕੇ। ਸਵਾਰ ਹੋਇਆ, ਬੇੜਾ ਆਇਆ, ਬੇੜੇ 'ਚ ਸਵਾਰ ਹੁੰਦਾ। ਹੁਣ ਜਦੋਂ ਬੇੜੇ 'ਚ ਸਵਾਰ ਹੋਇਆ, ਵੇਖਦਾ ਕਿ ਉਹ ਮਹਾਤਮਾ ਫਿਰ ਬੈਠੇ ਨੇ। ਮਹਾਤਮਾ ਬੈਠੇ ਨੇ। ਜਾ ਕੇ ਹੁਣ ਚਰਨ ਪਕੜ ਲਏ, ਚਰਨਾਂ ਤੇ ਡਿੱਗ ਪਿਆ। ਕਹਿਣ ਲੱਗੇ ਮੈਂ ਸੱਚੀ ਮਹਾਮੂਰਖ ਹਾਂ, ਮੈਂ ਸੱਚੀ ਮਹਾਮੂਰਖ ਹਾਂ। ਹੁਣ ਪਛਤਾਵਾ ਹੋਇਆ ਨਾ ਮਨ ਨੂੰ। ਹੁਣ ਹਉਮੈ ਜਾਏ ਗਈ ਅੰਦਰੋਂ। ਕਹਿਣ ਲੱਗੇ ਕਿ ਮੈਂ ਬੜੀ ਵਿਦਿਆ ਪੜ੍ਹ ਕੇ ਸੋਚਦਾ ਸੀ ਮੇਰੇ ਵਰਗਾ ਕੋਈ ਨਹੀਂ, ਵਿਦਵਾਨ ਕੋਈ ਨਹੀਂ,
ਗਿਆਨਵਾਨ ਕੋਈ ਨਹੀਂ, ਪਰ ਮੈਂ ਸੱਚੀ ਮੂਰਖ ਹਾਂ। ਮੈਨੂੰ ਇੱਕ ਨਾਮ ਜਿਹੜਾ ਇੱਕ ਸ਼ਬਦ ਉਹ ਚੇਤੇ ਵਿੱਚ ਨਹੀਂ ਰਹਿੰਦਾ। ਬਸ ਹੁਣ ਜਦੋਂ ਹਉਮੈ ਚਲੇ ਗਈ, ਮੈਂ ਅੰਦਰੋਂ ਕੱਢ ਕੇ ਹੁਣ ਆਪਣੇ ਆਪ ਨੂੰ ਸਰੈਂਡਰ ਕਰਤਾ, ਢਹਿ ਪਿਆ, ਅੰਦਰੋਂ ਢਹਿ ਪਿਆ ਜਦੋਂ, ਤੇ ਸਤਿਪੁਰਸ਼ ਬੜੇ ਮੁਸਕਰਾਏ ਤੇ ਇੰਨਾ ਹੀ ਕਿਹਾ, ਗੋਰੰਗ ਉੱਠ ਜਾ, ਹੁਣ ਤੈਨੂੰ ਕਦੀ ਨਹੀਂ ਭੁੱਲੇਗਾ। ਉਹ ਨਾਮ ਜਪਣ ਵਾਲੀਆਂ ਰੂਹਾਂ ਦੀ ਇਹ ਗੱਲ ਹੈ, ਜਿਹੜੇ ਸਵਾਸ ਜਿਮਦਰ ਰੰਗੇ ਹੋਏ ਨੇ ਉਹ ਨਾਮ ਵਿੱਚ। ਇੰਨੀ ਕਹਿਣ ਦੀ ਦੇਰ ਸੀ, ਉਹ ਵਾਹਿਗੁਰੂ ਪਰਮੇਸ਼ਰ ਰਾਮ ਦਾ ਨਾਮ ਹਿਰਦੇ 'ਚ ਵਸ ਗਿਆ। ਐਸਾ ਵਸਿਆ ਕਿ ਗੋ ਰੰਗ ਰੰਗਿਆ ਗਿਆ। ਰਸ ਤੇ ਰਹੱਸ ਨੂੰ ਫਿਰ ਜਾਣ ਲਿਆ। ਐਸਾ ਰੰਗਿਆ ਕਿ ਜਿਹੜਾ ਕਿਤੇ ਕੋਈ ਗੋ ਰੰਗ ਨਾਲ ਸਪਰਸ਼ ਹੋ ਜਾਂਦਾ, ਉਹਦੇ ਅੰਦਰੋਂ ਵੀ ਨਾਮ ਦੀ ਰਾਉ ਚੱਲ ਪੈਂਦੀ। ਉਹਦੇ ਅੰਦਰੋਂ ਵੀ ਰੰਗਿਆ ਹੋਇਆਂ ਦੀ ਸੰਗਤ ਜਦੋਂ ਕਰੀਏ ਨਾ, ਤਾਂ ਅੰਦਰੋਂ ਸਿਮਰਨ ਦੀ ਰਾਉ ਚੱਲ ਪੈਂਦੀ ਹੈ। ਫਿਰ ਸੋ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅੱਜ ਦੇ ਪਾਵਨ ਮੁਖ ਵਾਕ ਦੇ ਵਿੱਚ ਸ਼ਬਦ ਦੀ ਗੱਲ ਕਰ ਰਹੇ ਨੇ। ਸ਼ਬਦ ਗੁਰੂ ਦੀ ਗੱਲ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਸ਼ਬਦ ਦੀ ਗੱਲ ਕਰ ਰਹੇ ਨੇ। ਸੋ ਆਓ ਗੁਰੂ ਸਾਹਿਬ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਨੇ। ਰਲ ਮਿਲ ਕੇ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਰਸਨਿਆਂ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲਾ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ। ਉਹ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਜੋ ਉਹਦੀ ਸਿਫਤ ਸਲਾਹ ਵਾਲਾ ਹੈ, ਜਿਹੜੇ ਉਸ ਸੱਚੇ ਸ਼ਬਦ ਨਾਲ ਜੁੜਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਜਿਨ੍ਹਾਂ ਹਿਰਦਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਵਸਿਆ ਹੋਇਆ, ਵਾਹਿਗੁਰੂ ਸ਼ਬਦ ਵਸਿਆ ਹੋਇਆ, ਜਿਹੜੇ ਹਿਰਦਿਆਂ ਅੰਦਰ ਉਹਦੀ ਸਿਫਤ ਸਲਾਹ ਹੈ। ਆਪੇ ਨਿਸ਼ਾਨ, ਨਿਸ਼ਾਨ ਕਹਿੰਦੇ ਨੇ ਰਾਹਦਾਰੀ। ਕਹਿੰਦੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਜਿਨ੍ਹਾਂ ਦੇ ਹਿਰਦਿਆਂ ਵਿੱਚ ਸ਼ਬਦ ਵਸ ਗਿਆ ਹੈ, ਨਾਮ ਰੂਪੀ ਸ਼ਬਦ, ਫਿਰ ਇਹ ਨਾਮ ਉਹਨਾਂ ਜੀਵਾਂ ਲਈ ਰਾਹਦਾਰੀ ਬਣ ਜਾਂਦਾ ਹੈ। ਜਦੋਂ ਕੋਈ ਮਾਲ ਢੋਈਏ ਤੇ ਰਾਹਦਾਰੀ ਉਹ ਵੇਖਦੇ ਨੇ ਨਾ ਵੀ ਭਾਈ ਵਿਖਾ, ਜਦੋਂ ਸੰਸਾਰ ਤੋਂ ਜਾਣਾ ਹੈ ਰਾਹਦਾਰੀ ਸਾਡੇ ਤੋਂ ਵੀ ਪੁੱਛੀ ਜਾਣੀ ਹੈ, ਵੇਖੀ ਜਾਣੀ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਸਿਫਤ ਸਲਾਹ ਵਾਲਾ ਜਿਹੜਾ ਨਾਮ ਰੂਪੀ ਸ਼ਬਦ ਹੈ, ਉਹ ਆਪ ਹੀ ਸ਼ਬਦ ਰੂਪ ਹੈ, ਤੇ ਜਿਹੜੇ ਉਹਦੇ ਸ਼ਬਦ ਨਾਲ ਜੁੜਦੇ ਸਿਫਤ ਸਲਾਹ ਕਰਦੇ ਨੇ, ਉਹਨਾਂ ਲਈ ਉਹ ਰਸਤੇ ਦੀ ਰਾਹਦਾਰੀ ਹੈ। ਆਪੇ ਸੁਰਤਾ ਆਪੇ ਜਾਨ। ਆਪੇ ਸੁਰਤਾ, ਆਪੇ ਉਹ ਸੁਣਨ ਵਾਲਾ ਹੈ ਵਾਹਿਗੁਰੂ ਪਰਮੇਸ਼ਰ। ਕੋਈ ਜੀਵ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਅਰਦਾਸ ਕਰਦਾ ਤੇ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ, ਉਹਨਾਂ ਦੀਆਂ ਬੇਨਤੀਆਂ ਸੁਣਨ ਵਾਲਾ, ਵੇਦਨਾ ਸੁਣਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਆਪੇ ਜਾਣ, ਤੇ ਆਪੇ ਉਹਨਾਂ ਦੇ ਦੁੱਖ ਸੁੱਖ ਨੂੰ ਜਾਣਨ ਵਾਲਾ ਹੈ। ਆਪਣੇ ਆਪੇ ਉਹਨਾਂ ਦੇ ਹਿਰਦਿਆਂ ਦੀਆਂ ਉਹ ਜਾਣਨ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਆਪੇ ਕਰ ਕਰ ਵੇਖੈ ਤਾਣ। ਉਸ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਸਾਜਿਆ, ਤੇ ਸ੍ਰਿਸ਼ਟੀ ਨੂੰ ਸਾਜ ਕਰਕੇ ਜਿਸ ਬਲ ਤਾਕਤ ਦੇ ਨਾਲ ਸਾਜਿਆ, ਉਸ ਤਾਕਤ ਨੂੰ, ਉਸ ਬਲ ਨੂੰ, ਤਾਨ ਨੂੰ ਕਰ ਕਰ ਸ੍ਰਿਸ਼ਟੀ ਨੂੰ ਸਾਜ ਕੇ ਵੇਖਣ ਵਾਲਾ, ਉਸ ਤਾਨ ਨੂੰ, ਉਸ ਬਲ ਨੂੰ ਵੇਖਣ ਵਾਲਾ ਵੀ ਉਹ ਆਪ ਵਾਹਿਗੁਰੂ ਪਰਮੇਸ਼ਰ ਹੈ। ਤੂੰ ਦਾਤਾ ਨਾਮ ਪਰਵਾਣ। ਤੇ ਇਹ ਵਾਹਿਗੁਰੂ ਪਰਮੇਸ਼ਰ ਤੂੰ ਆਪੇ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਸਾਰਿਆਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ।
ਸਾਰਿਆਂ ਨੂੰ ਤੂੰ ਦਾਤਾ ਦੇਣ ਵਾਲਾ ਹੈ, ਤੇ ਜਿਹੜਾ ਤੇਰਾ ਨਾਮ ਪ੍ਰਵਾਨ ਹੈ, ਜਿਹੜਾ ਕਬੂਲ ਪੈਂਦਾ ਹੈ, ਜਿਨ੍ਹਾਂ ਤੇ ਰਹਿਮਤ ਕਰਦਾ ਹੈ, ਉਹਨਾਂ ਨੂੰ ਆਪਣੇ ਇਹ ਨਾਮ ਦੀ ਦਾਤ ਬਖਸ਼ਦਾ, ਜਿਹੜਾ ਤੇਰੇ ਦਰ ਤੇ ਪ੍ਰਵਾਨ ਹੁੰਦਾ ਹੈ। ਉਹ ਨਾਮ ਦੀ ਦਾਤ ਵੀ ਤੂੰ ਆਪ ਬਖਸ਼ਿਸ਼ ਕਰਨ ਵਾਲਾ, ਦੇਣ ਵਾਲਾ ਹੈ। ਐਸਾ ਨਾਮ ਨਿਰੰਜਨ ਦੇਓ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਐਸਾ ਹੈ, ਨਿਰੰਜਨ, ਮਾਇਆ ਦੀ ਕਾਲਸ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਨਿਰੰਜਨ ਹੈ, ਉਹਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ। ਤੇ ਜਿਹੜਾ ਉਹਦਾ ਨਾਮ ਹੈ ਉਹ ਮਾਇਆ ਦੀ ਕਾਲਸ ਤੋਂ ਰਹਿਤ ਕਰਨ ਵਾਲਾ ਹੈ, ਬਚਾਉਣ ਵਾਲਾ ਹੈ। ਉਹਦਾ ਨਾਮ ਵੀ ਐਸਾ ਹੈ, ਜੈਸਾ ਉਹ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਨਾਮ ਵੀ ਉਸਾ ਹੀ ਹੈ ਕਿ ਉਹਦਾ ਨਾਮ ਜਪਦੇ ਆ ਫਿਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਮਾਇਆ ਦੀ ਕਾਲਸ ਤੋਂ, ਮਾਇਆ ਦੇ ਪ੍ਰਭਾਵ ਤੋਂ ਮਨੁੱਖ ਜਿਹੜਾ ਉਹ ਬਚਿਆ ਰਹਿੰਦਾ ਹੈ। ਹਉ ਜਾਚਕ ਤੂੰ ਅਲਖ ਆਪਿਓ। ਆ ਵਾਹਿਗੁਰੂ ਪਰਮੇਸ਼ਰ ਜੀਓ, ਹਉ ਜਾਚਕ ਤੂੰ ਅਲਖ ਅਭਿਓ। ਅਸੀਂ ਤੇਰੀ ਜਾਚਨਾ ਕਰਦੇ ਵਾਹਿਗੁਰੂ ਪਰਮੇਸ਼ਰ, ਸਾਨੂੰ ਸਿਮਰਦੇ ਹਾਂ। ਤੂੰ ਅਲਖ, ਨਾ ਲਖਿਆ ਜਾਣ ਵਾਲਾ, ਤੈਨੂੰ ਕੋਈ ਲਖ ਨਹੀਂ ਸਕਦਾ, ਤੇਰੇ ਬਾਰੇ ਕੋਈ ਜਾਣ ਨਹੀਂ ਸਕਦਾ। ਤੂੰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਭਿਓ, ਤੇਰਾ ਕੋਈ ਭੇਦ ਨਹੀਂ ਪਾ ਸਕਦਾ, ਤੇਰਾ ਭੇਦ ਕੋਈ ਨਹੀਂ ਜਾਣ ਸਕਦਾ। ਰਹਾਉ ਮਾਇਆ ਮੋਹ ਤਰ ਕਟੀ ਨਾਰ। ਤਰਕਟੀ ਨਾਰ ਤੋਂ ਭਾਵ ਹੈ ਵਿਭਚਾਰਨ ਔਰਤ। ਮਾਇਆ ਮੋਹ, ਕਹਿੰਦੇ ਜਿਹੜਾ ਮਾਇਆ ਦਾ ਮੋਹ ਨਾ, ਉਹ ਵਿਭਚਾਰਨ ਔਰਤ ਦੀ ਤਰ੍ਹਾਂ ਹੈ। ਵਿਭਚਾਰਨ ਔਰਤ ਜਿਵੇਂ ਹਾਵ ਭਾਵ ਕਰਕੇ ਆਪਣੇ ਵੱਲ ਮੋਹ ਲੈਂਦੀ ਹੈ, ਖਿੱਚਦੀ ਹੈ, ਕਹਿੰਦੇ ਇਸੇ ਤਰ੍ਹਾਂ ਮਾਇਆ ਦਾ ਮੋਹ ਹੈ, ਇਹ ਜੀਵ ਨੂੰ ਆਪਣੇ ਵੱਲ ਖਿੱਚਦਾ ਹੈ। ਇਹ ਵਿਭਚਾਰਨ ਔਰਤ ਦੀ ਨਿਆਈ ਹੈ। ਭੂੰਡੀ ਕਾਮਣ ਕਾਮਣਿਆਰ। ਭੂੰਡੀ ਕਾਮਨ, ਭੈੜੀ ਇਸਤਰੀ, ਕਾਮਣਿਆਰ ਜਿਹੜੀ ਟੂਣੇ ਕਰਨ ਵਾਲੀ ਹੈ। ਟੂਣੇ ਕਰਕੇ ਕਈਆਂ ਨੂੰ ਆਪਣੇ ਵਸ ਵਿੱਚ ਕਰਨ ਵਾਲੀ, ਕਾਬੂ ਕਰਨ ਵਾਲੀ ਜਿਹੜੀ ਹੈ ਨਾ, ਬੜੇ ਬੜੇ ਟੂਣੇ ਕਰਦੀ ਹੈ, ਯਤਨ ਕਰਦੀ ਹੈ ਕਿਸੇ ਤਰ੍ਹਾਂ ਮਨੁੱਖ ਨੂੰ ਵਸ ਵਿੱਚ ਕਰ ਲਵਾਂ, ਪੁਰਸ਼ ਨੂੰ ਵਸ ਵਿੱਚ ਕਰ ਲਵਾਂ। ਕਹਿੰਦੇ ਮਾਇਆ ਐਸੀ ਹੈ, ਉਸ ਭੈੜੀ ਔਰਤ ਵਰਗੀ ਜਿਹੜੇ ਟੂਣੇ ਕਰਕੇ ਆਪਣੇ ਵਸ ਵਿੱਚ ਕਰਨ ਦਾ ਯਤਨ ਕਰਦੀ ਹੈ। ਮਾਇਆ ਵੀ ਐਸੀ ਹੈ। ਰਾਜ ਰੂਪ ਝੂਠਾ ਦਿਨ ਚਾਰ। ਮਨੁੱਖ ਦੇ ਕੋਲ ਰਾਜ ਭਾਗ ਹੋਵੇ ਤੇ ਬੜਾ ਉਹਦਾ ਮਾਣ ਕਰਦਾ ਹੈ, ਹੰਕਾਰੀ ਹੋ ਜਾਂਦਾ ਰਾਜ ਪਾ ਕੇ। ਪਰ ਪਾਤਸ਼ਾਹ ਕਹਿੰਦੇ ਰਾਜ, ਜੇ ਕਿਸੇ ਕੋਲ ਰਾਜ ਹੋਵੇ, ਅੱਗੇ ਰੂਪ, ਕਿਸੇ ਨੂੰ ਰੂਪ ਦਾ ਗੁਮਾਨ ਹੋਵੇ, ਸੋਹਣਾ ਸੁੰਦਰ ਸਰੂਪ ਹੋਵੇ, ਰੂਪ ਦਿੱਤਾ ਹੋਵੇ ਰੱਬ ਨੇ, ਤੇ ਉਹ ਆਪਣੇ ਰੂਪ ਦੇ ਮਾਨ 'ਚ ਹੀ ਤੁਰਿਆ ਫਿਰਦਾ ਕਿ ਦੁਨੀਆ ਵਿੱਚ ਮੇਰੇ ਤੋਂ ਵਰਗਾ ਹੋਰ ਕੋਈ ਸੋਹਣਾ ਹੀ ਨਹੀਂ। ਉਹ ਰੂਪ ਦੇ ਮਾਨ 'ਚ ਹੀ ਤੁਰਿਆ ਫਿਰਦਾ। ਪਾਤਸ਼ਾਹ ਜੀ ਕਹਿੰਦੇ ਝੂਠਾ ਦਿਨ ਚਾਰ, ਕਹਿੰਦੇ ਤੇ 4 ਦਿਨ ਦੀ ਖੇਡ ਹੈ ਤਾਂ ਝੂਠਾ ਹੈ। ਜਿਹੜੇ ਰਾਜ ਦਾ, ਜਿਹੜੇ ਰੂਪ ਦਾ ਤੂੰ ਗੁਮਾਨ ਕਰਦਾ ਹੈ ਤਾਂ ਝੂਠਾ ਹੈ। 4 ਦਿਨਾਂ ਦੀ ਇਹ ਸਾਰੀ ਖੇਡ ਹੈ। ਨਾਮ ਮਿਲੈ ਚਾਨਣ ਅੰਧਿਆਰ। ਤੇ ਜਿਹੜੇ ਇਸ ਹਨੇਰੇ ਵਿੱਚ ਡੁੱਬੇ ਹੋਏ ਨੇ, ਮਾਇਆ ਦੇ ਮੋਹ ਵਿੱਚ ਫਸੇ ਹੋਏ, ਮਾਇਆ ਦੇ ਗੂੜੇ ਹਨੇਰੇ 'ਚ ਡੁੱਬੇ ਹੋਏ ਨੇ, ਤੇ ਜੇ ਕਿਤੇ ਸਤਿਗੁਰੂ ਰਹਿਮਤ ਕਰ ਦੇਣ, ਜਿਨ੍ਹਾਂ ਤੇ ਕਿਰਪਾ ਕਰਕੇ ਨਾਮ ਮਿਲੈ, ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਦੇਣ, ਚਾਨਣ ਅੰਧਿਆਰ, ਮਾਇਆ ਦੇ ਹਨੇਰੇ ਵਿੱਚ ਉਹਨਾਂ ਦੇ ਕੋਲ ਫਿਰ ਨਾਮ ਜਿਹੜਾ ਉਹ ਚਾਨਣ ਦੇ ਸਮਾਨ ਹੈ।
ਨਾਮ ਦੇ ਚਾਨਣ ਦੁਆਰਾ ਉਹ ਮਾਇਆ ਦੇ ਹਨੇਰੇ ਦੇ ਵਿੱਚੋਂ ਨਿਕਲ ਜਾਂਦੇ, ਉਸ ਹਨੇਰੇ ਵਿੱਚ ਨਹੀਂ ਫਸਦੇ। ਤੇ ਜਿਹੜੇ ਨਾਮ ਵਿਸਾਰ ਦਿੰਦੇ ਨੇ, ਜਿਨ੍ਹਾਂ ਕੋਲ ਸ਼ਬਦ ਦਾ ਪ੍ਰਕਾਸ਼ ਨਹੀਂ, ਨਾਮ ਦੀ ਰੋਸ਼ਨੀ ਨਹੀਂ, ਫਿਰ ਉਹ ਜਲਾਲਤ ਦੇ ਵਿੱਚ ਪਏ ਹੋਏ ਠੋਕਰਾਂ ਖਾਂਦੇ ਨੇ। ਇਹ ਮਾਇਆ ਦੀ ਜਲਾਲਤ ਵਿੱਚ ਪਏ ਹੋਏ ਫਿਰ ਠੋਕਰਾਂ ਖਾਂਦੇ ਨੇ। ਪਾਤਸ਼ਾਹ ਕਹਿੰਦੇ ਨਾਮ ਮਿਲੈ, ਜਿਨ੍ਹਾਂ ਨੂੰ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੰਦਾ, ਨਾਮ ਮਿਲ ਜਾਂਦਾ ਹੈ, ਨਾਮ ਰੂਪੀ ਚਾਨਣ ਦੇ ਦੁਆਰਾ ਉਹ ਅਗਿਆਨ ਮਾਇਆ ਦੇ ਇਸ ਹਨੇਰੇ ਤੋਂ ਖਲਾਸ ਹੋ ਜਾਂਦੇ, ਛੁੱਟ ਜਾਂਦੇ ਹਨ, ਨਿਕਲ ਜਾਂਦੇ ਹਨ। ਚਾਖ ਛੋਡੀ ਸਹਸਾ ਨਹੀਂ ਕੋਈ। ਚੱਕ ਕੇ ਵੇਖ ਲਿਆ, ਵਿਚਾਰ ਕਰ ਲਿਆ, ਹੁਣ ਹਿਰਦੇ ਵਿੱਚ ਕੋਈ ਸ਼ੱਕ ਜਾਂ ਸ਼ੰਕਾ ਨਹੀਂ ਰਿਹਾ। ਬਾਪ ਦੀਸੈ ਬੇਜਾਤ ਨਾ ਹੋਏ। ਨਾਮ ਜਪ ਕੇ ਹੁਣ ਇਹ ਪਤਾ ਲੱਗ ਗਿਆ ਕਿ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜੇ ਨੇ, ਜਿਨ੍ਹਾਂ ਦਾ ਪਿਤਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਿਉਂਕਿ ਸਾਹਿਬ ਜੀ ਵੀ ਗੁਰਬਾਣੀ ਵਿੱਚ ਕਹਿੰਦੇ ਨੇ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਡੇ ਸਾਰਿਆਂ ਦਾ ਪਿਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਜਿਹਦਾ ਪਿਓ ਸਿਰ ਤੇ ਹੋਵੇ, ਜਿਹੜਾ ਪਿਓ ਵਾਲਾ ਹੋਵੇ, ਉਹਨੂੰ ਸੰਸਾਰ 'ਚ ਕੋਈ ਹਰਾਮੀ ਨਹੀਂ ਕਹਿੰਦਾ ਕਿ ਹਰਾਮ ਦੀ ਔਲਾਦ ਹੈ। ਬਾਪ ਦਿਸੈ ਵੇ ਜਾਤ ਨਾ ਹੋਏ, ਕਹਿੰਦੇ ਜਿਹਦੇ ਸਿਰ ਤੇ ਵਾਹਿਗੁਰੂ ਪਰਮੇਸ਼ਰ ਤੂੰ ਬਾਪ ਦੀ ਨਿਆਈ ਹੈ, ਜਿਹਦੇ ਸਿਰ ਤੇ ਹੈ, ਉਹਨੂੰ ਫਿਰ ਦੁਨੀਆ 'ਚ ਕੋਈ ਹਰਾਮੀ ਕਹਿਣ ਵਾਲਾ ਨਹੀਂ ਕਿ ਹਰਾਮ ਦੀ ਔਲਾਦ ਹੈ, ਕਿਉਂਕਿ ਉਹਦੇ ਸਿਰ ਤੇ ਤੂੰ ਹੈ। ਜਿਹੜੇ ਉਹਨੂੰ ਜਪਦੇ ਨੇ, ਵਾਹਿਗੁਰੂ ਪਰਮੇਸ਼ਰ ਨਾਲ ਜੁੜਦੇ ਨੇ, ਉਹਨੂੰ ਕੋਈ ਦੁਨੀਆ ਦੇ ਵਿੱਚ ਫਿਰ ਹਰਾਮੀ ਨਹੀਂ ਕਹਿੰਦਾ। ਏਕੇ ਕਉ ਨਾਹੀ ਪਾਉ ਕੋਈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਦਾ ਕੋਈ ਭਾਉ ਨਹੀਂ, ਕੋਈ ਡਰ ਨਹੀਂ, ਉਹ ਨਿਰਭਉ ਹੈ। ਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਨਿਰਭਉ ਹੈ, ਜਿਹੜੇ ਉਹਦਾ ਨਾਮ ਜਪਦੇ ਨੇ, ਉਹ ਵੀ ਭੈ ਰਹਿਤ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਾਉ ਮਿਟੈ। ਕਹਿੰਦੇ ਜਿਹੜੇ ਉਸ ਨਿਰਭਉ ਵਾਹਿਗੁਰੂ ਪਰਮੇਸ਼ਰ ਨੂੰ ਜਪਦੇ ਨੇ, ਉਹਦੇ ਸਾਰੇ ਭੈ ਖਤਮ ਹੋ ਜਾਂਦੇ ਨੇ, ਸਾਰੇ ਡਰ। ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ। ਆਓ ਕੁਝ ਸਮੇਂ ਲਈ ਆਪਾਂ ਵੀ ਸਿਮਰੀਏ ਮਿਲ ਕੇ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਇਸ ਪ੍ਰਕਾਰ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ, ਉਹਨੂੰ ਕਿਸੇ ਦਾ ਕੋਈ ਭੈ ਨਹੀਂ, ਉਹ ਡਰ ਰਹਿਤ ਹੈ, ਭੈ ਤੋਂ ਰਹਿਤ ਹੈ। ਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਪਦੇ ਨੇ ਉਹ ਵੀ ਭੈ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ, ਭੈ ਮੁਕਤ ਹੋ ਜਾਂਦੇ ਹਨ। ਕਰਤਾ ਕਰੇ ਕਰਾਵੈ ਸੋਈ। ਫਿਰ ਉਹਨੂੰ ਸਿਮਰ ਕੇ, ਉਹਨੂੰ ਜਪ ਕੇ ਇਹ ਜਾਣ ਲੈਂਦੇ ਨੇ, ਕਰਤਾ ਕਰੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਕੁਛ ਆਪ ਹੀ ਕਰਨ ਵਾਲਾ ਹੈ, ਕਰਾਵੈ ਸੋਏ ਤੇ ਜੀਵਾਂ ਤੋਂ ਆਪ ਹੀ ਕਰਵਾਉਣ ਵਾਲਾ ਹੈ। ਸਾਰਾ ਕੁਝ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਤੇ ਜੀਵਾਂ ਤੋਂ ਵੀ ਕਰਵਾਉਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਇਸ ਬਾਬਤ ਉਹਨੂੰ ਸਿਮਰ ਕਰਕੇ ਜਾਣ ਲੈਂਦੇ ਹਨ। ਸ਼ਬਦ ਮੂਏ ਮਨ ਮਨ ਤੇ ਮਾਰਿਆ। ਸ਼ਬਦ ਦੇ ਦੁਆਰਾ ਜਿਹੜੇ ਆਪਣੇ ਅੰਦਰੋਂ ਆਪਾ ਭਾਵ ਮਾਰ ਲੈਂਦੇ ਨੇ, ਆਪਾ ਭਾਵ ਖਤਮ ਕਰ ਲੈਂਦੇ ਨੇ, ਮੈਂ ਨਹੀਂ ਜਨਾਉਂਦੇ। ਆਪਾ ਭਾਵ ਜਿਨ੍ਹਾਂ ਦੇ ਅੰਦਰੋਂ ਖਤਮ ਹੋ ਗਿਆ, ਮਨ ਤੇ ਮਾਰਿਆ, ਫਿਰ ਉਹਨਾਂ ਦੇ ਅੰਦਰੋਂ ਜਿਹੜੇ ਮਾਨਸਿਕ ਫੁਰਨੇ ਨੇ ਨਾ, ਅੰਦਰੋਂ ਫੁਰਦੇ, ਫਿਰ ਉਹ ਵੀ ਖਤਮ ਹੋ ਜਾਂਦੇ ਨੇ। ਮਨੁੱਖ ਨੂੰ ਫੁਰਨੇ ਭਜਾਈ ਫਿਰਦੇ ਨੇ। ਮਾਨਸਿਕ ਮੌਤ ਵਿਰਲਿਆਂ ਦੀ ਹੁੰਦੀ ਹੈ, ਜਿਨ੍ਹਾਂ ਦੇ ਅੰਦਰੋਂ ਫੁਰਨੇ ਮਰ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਮਨ ਮਰ ਜਾਂਦਾ। ਮਨ ਮਾਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੈ ਕੋਏ। ਵਿਰਲੇ ਜਾਣਦੇ ਨੇ ਮਨ ਕਿਵੇਂ ਮਰਦਾ, ਮਾਨਸਿਕ ਫੁਰਨਿਆਂ ਤੋਂ ਕਿਵੇਂ ਬਚਿਆ ਜਾ ਸਕਦਾ। ਇੱਕ ਫੁਰਨਾ ਫੁਰਦਾ ਮਨ ਅੰਦਰ, ਮਨੁੱਖ ਯਤਨਸ਼ੀਲ ਹੋ ਜਾਂਦਾ ਉਹ ਫੁਰਨੇ ਨੂੰ ਪੂਰਾ ਕਰਨ ਵਾਸਤੇ। ਤੇ ਜਦੋਂ ਮਨੁੱਖ ਦਾ ਉਹ ਫੁਰਨਾ ਪੂਰਾ ਹੋ ਗਿਆ, ਫਿਰ ਦੂਜਾ ਜਨਮ ਲੈ ਲੈਂਦਾ। ਫੁਰਨਾ ਬਣਿਆ ਕਿ ਚੰਗਾ ਘਰ ਬਣਾਵਾਂ, ਯਤਨਸ਼ੀਲ ਹੋ ਗਿਆ, ਮਿਹਨਤ ਕਰਨ ਲੱਗਾ, ਘਰ ਬਣ ਗਿਆ। ਦੂਜੇ ਫੁਰਨੇ ਨੇ ਜਨਮ ਲੈ ਲਿਆ, ਹੁਣ ਚੰਗੀ ਕਾਰ ਖੜੀ ਹੋਵੇ ਵੱਡੀ ਇਸ ਘਰ ਦੇ ਵਿੱਚ, ਫਿਰ ਯਤਨਸ਼ੀਲ ਹੋ ਗਿਆ। ਫੁਰਨਾ ਜਿਹੜਾ ਸੀ ਉਹ ਪੂਰਾ ਕਰਨ ਵਾਸਤੇ ਦੌੜ ਭੱਜ ਕਰਨ ਲੱਗਾ, ਚੰਗੀ ਗੱਡੀ ਆ ਗਈ, ਫਿਰ ਹੁਣ ਹੋਰ ਜਾਇਦਾਦ ਬਣਾ ਲਾਂ, ਧਨ ਜੋੜ ਲਾਂ। ਇਹ ਫੁਰਨੇ ਜਿਹੜੇ ਨੇ ਨਿਰੰਤਰ ਚੱਲਦੇ ਰਹਿੰਦੇ ਨੇ। ਆ ਵੀ ਪਦਾਰਥ ਘਰ ਵਿੱਚ ਆ ਜੇ, ਆ ਵੀ ਕਰ ਲਵਾਂ। ਉਹ ਫੁਰਨਿਆਂ ਦਾ ਬੰਨਿਆ ਹੋਇਆ ਮਨੁੱਖ ਸਾਰਾ ਦਿਨ ਭੱਜਿਆ ਫਿਰਦਾ ਹੈ ਤੇ ਫੁਰਨਿਆਂ ਦੇ ਵਸ ਹੋਏ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ। ਤਾਂ ਹੀ ਚੇਤੇ ਹੀ ਨਹੀਂ ਆਉਂਦਾ। ਮਨ ਅੰਦਰੋਂ ਫੁਰਨੇ ਜਨਮ ਲੈਂਦੇ ਨੇ। ਤੇ ਜਿਹੜੇ ਸ਼ਬਦ ਦੁਆਰਾ ਆਪਾ ਭਾਵ ਗਵਾ ਲੈਂਦੇ ਨੇ, ਜਿਨ੍ਹਾਂ ਦਾ ਆਪਾ ਭਾਵ ਅੰਦਰੋਂ ਖਤਮ ਹੋ ਜਾਂਦਾ ਹੈ, ਉਹਨਾਂ ਦੇ ਅੰਦਰੋਂ ਫੁਰਨੇ ਵੀ ਮਰ ਜਾਂਦੇ ਨੇ। ਉਹਦੀ ਕਹਿੰਦੇ ਨੇ ਮਾਨਸਿਕ ਮੌਤ, ਮਨ ਕਰਕੇ ਇਹਦੀ ਮੌਤ ਹੋ ਗਈ, ਇਹਦਾ ਮਨ ਮਰ ਗਿਆ, ਹੁਣ ਇਹਦੇ ਅੰਦਰੋਂ ਫੁਰਨੇ ਨਹੀਂ ਉੱਠਦੇ। ਉਹ ਆਪਾ ਭਾਵ ਖਤਮ ਕਰਕੇ ਆਪਣੇ ਫੁਰਨਿਆਂ ਨੂੰ ਵੀ ਅੰਦਰੋਂ ਮਾਰ ਲੈਂਦੇ ਹਨ। ਠਾਕ ਰਹੇ ਮਨ ਸਾਚੈ ਧਾਰਿਆ। ਠਾਕ ਕਹਿੰਦੇ ਨੇ ਰੋਕ ਲੈਣਾ, ਠਾਕ ਲੈਣਾ, ਰੋਕ ਲੈਣਾ। ਜਿਹੜੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਮਨ ਅੰਦਰ ਧਾਰਨ ਕਰ ਲੈਂਦੇ ਨੇ, ਮਨ ਸਾਚਾ ਧਾਰਿਆ, ਮਨ ਅੰਦਰ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਾਰਨ ਕਰ ਲੈਂਦੇ ਨੇ, ਵਸਾ ਲੈਂਦੇ ਨੇ, ਫਿਰ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਰੋਕ ਲੈਂਦੇ ਨੇ, ਠਾਕ ਲੈਂਦੇ ਨੇ। ਮਨ ਉਹਨਾਂ ਦਾ ਫਿਰ ਵਿਕਾਰਾਂ ਵਾਲੇ ਪਾਸੇ ਨਹੀਂ ਦੌੜਦਾ। ਮਨ ਵਿਕਾਰੀ ਵੇੜਿਆ, ਵਿਕਾਰਾ ਕਰਮ ਕਮਾਏ, ਵਿਕਾਰਾਂ ਦਾ ਵੇੜਿਆ ਹੋਇਆ ਮਨ ਫਿਰ ਵਿਕਾਰਾਂ ਵਿੱਚ ਦੌੜਿਆ ਫਿਰਦਾ। ਤੇ ਜਦੋਂ ਸੱਚਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਆਪਣੇ ਮਨ ਨੂੰ ਫਿਰ ਜਿਹੜਾ ਹੈ ਉਹ ਵਿਕਾਰਾਂ ਵਾਲੇ ਪਾਸੇ ਤੋਂ ਰੋਕ ਲੈਂਦੇ ਹਨ। ਆਵਰ ਨਾ ਸੂਝੈ ਗੁਰ ਕਉ ਬਾਰਿਆ। ਤੇ ਉਹਨਾਂ ਨੂੰ ਫਿਰ ਹੁਣ ਇਹ ਜਿਹੜਾ ਹੈ ਜਾਣ ਲੈਂਦੇ ਨੇ ਕਿ ਸੰਸਾਰ ਦੇ ਵਿੱਚ ਦੂਜਾ ਹੋਰ ਕੋਈ ਨਹੀਂ, ਐਸੇ ਮੈਂ ਗੁਰੂ ਤੋਂ ਕੁਰਬਾਨ ਜਾਵਾਂ ਜਿਹੜਾ ਇਹ ਸਾਰਾ ਕੁਝ ਜਾਣਦਾ, ਸਾਰੇ ਜੀਵਾਂ ਦੀ ਜਾਣਨ ਵਾਲਾ। ਸੰਸਾਰ ਵਿੱਚ ਉਹਦੇ ਤੁਲ, ਉਹਦੇ ਸਮਾਨ ਹੋਰ ਕੋਈ ਨਹੀਂ ਜਿਹੜਾ ਇਹ ਜਾਣ ਸਕਦਾ ਹੋਵੇ।
ऐसे गुरु तो मैं बलिहारने जाना करा, कुर्बान जाना करा। ਨਾਨਕ ਨਾਮ ਰਤੇ ਨਿਸਤਾਰਿਆ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਖੀਰਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਨਾਨਕ ਨਾਮ ਰਤੇ, ਜਿਹੜੇ ਨਾਮ ਵਿੱਚ ਰਤੇ ਰੰਗੇ ਹੋਏ, ਨਿਸਤਾਰਿਆ, ਫਿਰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ, ਉਹਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ, ਰਤੇ ਹੋਏ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੰਗ ਲਿਆ। ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠਾ ਰੰਗ, ਹਰ ਤੁਠਾ ਰੰਗ ਚਾੜਿਆ ਫਿਰ ਬੌੜ ਨਾ ਗੁਰ ਤੁਠਾ, ਹਰ ਰੰਗ ਚਾੜਿਆ ਫਿਰ ਬੌੜ ਨਾ ਹੋਵੇ ਭੰਗ। ਜਿਹੜੇ ਗੁਰੂ ਦੇ ਕਿਰਪਾ ਦੇ ਪਾਤਰ ਬਣ ਕੇ ਗੁਰੂ ਕੋਲੋਂ ਨਾਮ ਰੂਪੀ ਰੰਗ ਚੜਾ ਲੈਂਦੇ ਨੇ, ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਫਿਰ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਸੰਸਾਰ ਤੋਂ ਤਾਰ ਦਿੰਦਾ ਹੈ, ਪਾਰ ਉਤਾਰਾ ਕਰ ਦਿੰਦਾ ਹੈ। ਸੋ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਮਨੁੱਖਾਂ ਦੇ ਸਰੀਰਾਂ ਦੇ ਮਗਰ ਦੌੜਨਾ ਨਾ ਕਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਸ਼ਬਦ ਦੀ ਟੇਕ ਲੈ, ਸ਼ਬਦ ਨਾਲ ਜੁੜ, ਸ਼ਬਦ ਨੇ ਤੇਰਾ ਪਾਰ ਉਤਾਰਾ ਕਰਨਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਰਹਿਮਤ ਕਰਨ, ਅਰਦਾਸ ਕਰੀਏ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਭਰੋਸਾ, ਸਾਡਾ ਨਿਸ਼ਚਾ ਵੱਧ ਜਾਵੇ ਸ਼ਬਦ ਤੇ, ਸੁਰਤ ਸਾਡੀ ਸੁਰਤ ਤੇ ਸ਼ਬਦ ਦਾ ਸੁਮੇਲ ਹੋ ਜਾਵੇ। ਜਿਹੜਾ ਉਹ ਰਸ ਹੈ ਨਾ, ਰਹੱਸ, ਫਿਰ ਜਿਹੜਾ ਉਹ ਆਨੰਦ ਹੈ, ਉਹ ਉਦੋਂ ਹੀ ਬਣਨਾ ਹੈ ਜਦੋਂ ਸੁਰਤ ਸ਼ਬਦ ਦਾ ਸੁਮੇਲ ਹੋ ਗਿਆ। ਸਾਡੀ ਸੁਰਤ ਸ਼ਬਦ ਦੀ ਚੇਲਾ ਬਣ ਗਈ, ਫਿਰ ਉਦੋਂ ਆਨੰਦ ਬਣਨਾ ਹੈ, ਰਸ ਰਹੱਸ ਫਿਰ ਉਦੋਂ ਆਉਣਾ। ਉਹ ਇਸ ਕਰਕੇ ਗੁਰੂ ਅੱਗੇ ਅਰਦਾਸ ਕਰੀਏ, ਗੁਰੂ ਸਾਹਿਬ ਰਹਿਮਤ ਕਰਨ ਕਿ ਸਾਡੀ ਸੁਰਤ ਵੀ ਸ਼ਬਦ ਨਾਲ ਜੁੜ ਜਾਏ, ਸ਼ਬਦ ਸੁਰਤ ਦਾ ਸਾਡਾ ਸੁਮੇਲ ਹੋ ਜਾਏ, ਐਸੀ ਰਹਿਮਤ ਕਰ ਦੇਣ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਵਿਚਾਰਾਂ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਹੈ। ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ, ਰਹਿਮਤ ਕਰੀਏ। ਜਿਹੜਾ ਨਾਮ ਸੰਸਾਰ ਤੋਂ ਪਾਰ ਕਰਨ ਵਾਲਾ ਹੈ, ਉਹ ਨਾਮ ਦੇ ਨਾਲ ਸਾਡੀ ਸੁਰਤ ਜੁੜੀ ਹੋਈ ਹਰ ਵੇਲੇ ਮੰਗ ਕਰੇ। ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਉਤਰੇ ਪਾਰ, ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵਦੇ, ਜੋ ਸ਼ਰਦਾ ਕਰ ਸੇਵਦੇ। ਗੁਰ ਪਾਰ ਲੰਘਾਵਨ ਹਾਰ, ਗੁਰ ਪਾਰ ਲੰਘਾਵਨ ਹਾਰ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।